ਲੱਖ ਲੱਖ 1.5 ਲੱਖ ਤਨਖਾਹਾਂ ਲੈਂਦੇ ਹੋ, ਰੋਜ਼ ਹੜਤਾਲ। ਜਿਹੜੀ 1.5 ਲੱਖ ਰੁਪਏ ਤਨਖਾਹ ਵਾਲੀ ਗੱਲ ਕਰਦੇ ਨੇ, ਪੰਜਾਬ 'ਚੋਂ ਇੱਕ ਵੀ ਕਣਕ ਪਟਵਾਰੀ ਉਹ ਲਿਆ ਕੇ ਮੇਰੇ ਮੂਹਰੇ ਖੜਾ ਕਰ ਦੇਣ ਕੈਮਰੇ ਦੇ ਵਿੱਚ, ਚਾਹੇ ਆਪਦੇ ਕੋਲ ਲੱਗਾ ਲੈ ਆਉਣ ਵੀ ਆਹ ਬੰਦਾ 1.5 ਲੱਖ ਲੈ ਰਿਹਾ। ਦੱਸੋ ਜੀ ਕੀ ਉਹਨਾਂ ਨੇ ਚੈਲੰਜ ਕਰਤਾ, ਪਟਵਾਰੀ ਨੇ ਕਿ ਅਸੀਂ ਡਿਊਟੀ ਨਹੀਂ ਜੁਆਇਨ ਕਰਾਂਗੇ, ਵੀ ਆਰ ਔਨ ਦਾ ਪੈਂਡਰਮ ਸਟ੍ਰਾਈਕ, ਤੇ ਹੁਣ ਉਹਨਾਂ ਤੇ ਕੀ ਐਕਸ਼ਨ ਹੋ ਸਕਦਾ? ਕੀ ਉਹਨਾਂ ਨੂੰ ਆਉਣਾ ਪਏਗਾ ਡਿਊਟੀ? ਪਟਵਾਰੀ ਦੇ ਨਾਲ ਦੇ ਸਾਰੇ ਕਹਿ ਰਹੇ ਆ ਕਿ ਪਟਵਾਰੀ ਨੇ ਰਿਸ਼ਵਤ ਲਈ ਹੈ ਕਿ ਨਹੀਂ ਲਈ, ਆ ਇਸ਼ੂ ਹੈ। ਇੱਥੇ ਇਸ਼ੂ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਟ੍ਰਾਈਕ ਕਰਾਂਗੇ ਕਿਉਂਕਿ ਕੋਈ ਪਟਵਾਰੀ ਫੜਿਆ। ਪੁਆਇੰਟ ਇਜ਼ ਕਿ ਉਹਨੇ ਰਿਸ਼ਵਤ ਲਈ ਹੈ। ਜੇ ਤੁਹਾਨੂੰ ਲੱਗਦਾ ਉਹਨੇ ਰਿਸ਼ਵਤ ਨਹੀਂ ਲਈ ਔਰ ਉਹਨੂੰ ਝੂਠਾ ਫਸਾਇਆ ਗਿਆ ਹੈ ਤੇ ਤਾਂ ਵੀ ਇੱਕ ਬਹੁਤ ਸੰਗੀਨ ਮਾਮਲਾ ਹੈ। ਮੈਂ ਜੋ ਐਜ਼ ਅ ਲਾਇਰ ਅੰਡਰਸਟੈਂਡ ਕਰਦਾ, ਬਿਕਾਜ਼ ਇਹਦਾ ਮਤਲਬ ਹੈ ਵਿਜੀਲੈਂਸ ਬਿਊਰੋ ਝੂਠੇ ਪਰਚੇ ਦੇ ਰਹੀ ਹੈ। ਫਿਰ ਵਿਜੀਲੈਂਸ ਬਿਊਰੋ ਨੂੰ ਕੁਐਸਚਨ ਕਰੋ। ਐਸਮਾ ਅੱਜ ਪੰਜਾਬ 'ਚ ਲਾਗੂ ਕਰ ਦਿੱਤਾ ਗਿਆ। ਬੇਸਿਕਲੀ ਇਹਨੂੰ ਆਪਾਂ ਡਿਸਕ੍ਰਾਈਬ ਕੀ ਕਰੀਏ, ਡੈਫੀਨੇਸ਼ਨ ਕਿ ਕੀ ਹੈ ਐਸਮਾ? ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਜਿਹੜਾ ਆਫਿਸਰਸ ਜਾਂ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹੁੰਦੀਆਂ, ਉਹਨਾਂ ਨੂੰ ਹੜਤਾਲ ਨਾ ਕਰਨ ਦਾ ਇੱਕ ਉਹਨਾਂ ਤੇ ਰੋਕ ਲਾਈ ਜਾਂਦੀ ਹੈ। ਇਹ ਹੁਣ ਪਟਵਾਰੀ ਆਪਾਂ ਕਹੀਏ ਆਪਣੀ ਯੂਨੀਅਨ ਦਾ, ਆਪਣੀ ਮੈਨ ਪਾਵਰ ਦਾ, ਆਪਣੀ ਸਟਰੈਂਥ ਦਾ ਇੱਕ ਪ੍ਰੈਸ਼ਰ ਬਣਾ ਰਹੇ ਨੇ, ਅਕਸਰ ਜੋ ਲੰਬੇ ਸਮੇਂ ਤੋਂ ਹੁੰਦਾ ਆਇਆ ਸੀਗਾ। ਲਾਅ ਇਸ ਚੀਜ਼ ਨੂੰ ਕਿੱਦਾਂ ਦੇਖਦਾ? ਇਟਸ ਨਾਟ ਦ ਸਟ੍ਰਾਈਕ। ਮੁੱਦਾ ਇਹ ਹੈ ਕਿ ਉਹਨਾਂ ਨੂੰ ਇੱਕ ਕਹਿਣਾ ਚਾਹੀਦਾ ਹੈ ਔਰ ਲੀਗਲੀ ਗੱਲ ਕਹਿਣੀ ਚਾਹੀਦੀ ਹੈ ਕਿ ਜੀ ਜੇ ਪਰਚਾ ਝੂਠਾ ਕੀਤਾ ਹੈ ਤੇ ਬਿਲਕੁਲ ਉਹਨਾਂ ਦਾ ਸਟੈਂਡ ਜਾਇਜ਼ ਹੈ ਕੋਰਟ ਦੇ ਵਿੱਚ ਆਉਣਾ। ਪੰਜਾਬ 'ਚ ਨਹੀਂ ਸਥਿਤੀ ਬਣੀ ਹੋਣੀ ਕਿ ਕੰਮ ਲੈਣ ਲਈ ਸੀਐਮ ਨੂੰ ਦਾ ਐਕਸ਼ਨ ਲੈਣਾ ਪਿਆ ਹੋਵੇ, ਐਸਮਾ ਲਾਣਾ ਪਵੇ। ਇਸ ਚੀਜ਼ ਨੂੰ ਤੁਸੀਂ ਆਪਣੇ ਨਜ਼ਰੀਏ ਨਾਲ ਕਿੱਦਾਂ ਦੇਖਦੇ? ਤੁਸੀਂ ਕਰਪਸ਼ਨ ਨੂੰ ਸਟ੍ਰਾਈਕ ਦੇ ਥਰੂ ਲੈਜੀਟਿਮਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਹੁਣ ਜਿਵੇਂ ਤੁਸੀਂ ਆਈਪੀਐਸ ਐਸੋਸੀਏਸ਼ਨ ਦੀ ਗੱਲ ਕੀਤੀ ਹੈ, ਠੀਕ ਇਸ ਇੰਸੀਡੈਂਟ 2 ਦਿਨ ਪਹਿਲਾਂ ਨੰਗਲ ਦੇ ਐਸਡੀਐਮ ਸੀਗੇ ਉਦੈਵੀਰ ਸਿੰਘ, ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਪੀਸੀਐਸ ਸੀਗੇ, ਕਿਉਂ ਕੀਤਾ ਗਿਆ? ਕਿ ਉਹ ਹੜ੍ਹਾਂ ਦੀ ਡਿਊਟੀ, ਫਲੱਡ ਡਿਊਟੀ ਤੇ ਐਬਸੈਂਟ ਰਹੇ। ਉਸ ਤੇ ਕੋਈ ਐਡਾ ਸ਼ੋਰ ਨਹੀਂ ਉੱਠਿਆ। ਐਸੋਸੀਏਸ਼ਨ ਵੱਲੋਂ ਕੰਪਲੇਂਟ ਆਵੇ ਕਿ ਪਰਚਾ ਝੂਠਾ ਕਿਉਂ ਹੈ, ਕੀ ਖਾਮੀਆਂ ਨੇ, ਕੀ ਇਹਨਾਂ ਨੂੰ ਲੱਗ ਰਿਹਾ ਧੱਕੇਸ਼ਾਹੀ ਹੋਈ ਹੈ। ਬਿਲਕੁਲ ਠੀਕ ਹੈ। ਉਹ ਸਾਰਾ ਕੁਝ ਉਹਦੀ ਤੱਕ ਮਤਲਬ ਮੈਂ ਕਿਤੇ ਵੀ ਗੱਲ ਹੀ ਨਹੀਂ ਸੁਣੀ ਕਿ ਕਿਤੇ ਇਹਨਾਂ ਨੇ ਕਿਹਾ ਹੋਵੇ ਕਿ ਪਰਚਾ ਕਿਉਂ ਝੂਠਾ ਹੈ ਜਾਂ ਕੀ ਗੱਲ ਚੈਲੰਜ ਕੀਤਾ ਹੋਵੇ ਐਫਆਈਆਰ ਨੂੰ, ਜਾਂ ਕਿਤੇ ਵੀ ਨਹੀਂ ਕੀਤੀ। ਦੇ ਹੈਵ ਐਵਰੀ ਰਾਈਟ ਕਿ ਸੀਐਮ ਨੂੰ ਰਿਪਰੈਜ਼ੈਂਟੇਸ਼ਨ ਦੇਣ ਕਿ ਸਾਡੇ ਐਸੋਸੀਏਟ ਨਾਲ ਆ ਧੱਕਾ ਹੋਇਆ। ਬਿਲਕੁਲ ਠੀਕ ਹੈ। ਮੇਰਾ ਨਹੀਂ ਖਿਆਲ ਉਹ ਕਿਸੇ ਨੇ ਦਿੱਤੀ ਹੈ, ਮੇਰੀ ਨੌਲੇਜ ਤਾਂ ਨਹੀਂ। ਜਦੋਂ ਸੁਮੇਧ ਸੈਣੀ ਵਿਜੀਲੈਂਸ ਚੀਫ ਸੀ, ਬਿਲਕੁਲ ਠੀਕ ਹੈ, ਉਦੋਂ ਆਈਪੀਐਸ ਐਸੋਸੀਏਸ਼ਨ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀ ਜਾਂ ਅਖਬਾਰਾਂ 'ਚ ਆਇਆ ਸੀ ਉਸ ਵੇਲੇ ਜੀ, ਜਿਹਨੂੰ ਮੈਂ ਉਸ ਵੇਲੇ ਵੀ ਕ੍ਰਿਟਿਸਾਈਜ਼ ਕੀਤਾ ਸੀ। ਉਹਨਾਂ ਨੇ ਕਿਹਾ ਸੀ ਜੀ ਪੰਜਾਬ ਤੋਂ ਬਾਹਰਲੇ ਆਫਿਸਰ ਤੇ ਨੂੰ ਵਿਕਟਿਮਾਈਜ਼ ਕੀਤਾ ਸੋ ਅਸੀਂ ਚੁੱਪ ਹਾਂ, ਲੇਕਿਨ ਜੇ ਪੰਜਾਬ ਦੇ ਕਿਸੇ ਆਫਿਸਰ ਤੇ ਕੋਈ ਪਰਚਾ ਦਿੱਤਾ ਜਾਊਗਾ ਵੀ ਵਿਲ ਨਾਟ ਟਾਕ। ਹੁਣ ਜਿਹੜੀ ਇੱਥੇ ਇੱਕ ਐਸਮਾ ਲਾਉਣ ਦੀ ਸਿਚੁਏਸ਼ਨ ਹੈ, ਤੁਸੀਂ ਪਲੀਜ਼ ਐਸਮਾ ਤੋਂ ਪਹਿਲਾਂ ਇਹ ਦੇਖੋ ਲਾਉਣ ਦੀ ਸਿਚੁਏਸ਼ਨ ਕਿਉਂ ਆ ਰਹੀ ਹੈ, ਨੌਬਤ ਕਿਉਂ ਆਈ? ਉਹ ਨੌਬਤ ਤਾਂ ਆ ਰਹੀ ਹੈ ਬਿਕੋਜ਼ ਉਹ ਸਿਚੁਏਸ਼ਨ ਹੀ ਤਾਂ ਰਾਈਜ਼ ਹੋਈ ਕਿ ਪਟਵਾਰੀ ਸਾਰੇ ਕਹਿ ਰਹੇ ਹੈ ਕਿ ਜੀ ਕਿਉਂ ਫੜਿਆ। ਗੱਲ ਇਹ ਉਹ ਕਹਿਣ ਕਿ ਜੀ ਕਰਪਸ਼ਨ ਨਹੀਂ ਕਰ ਰਿਹਾ ਸੀ, ਝੂਠਾ ਪਰਚਾ ਹੈ, ਉਹਦੇ ਉੱਤੇ ਸੋਲਿਡ ਗਰਾਊਂਡ ਹੈ, ਵਿਜੀਲੈਂਸ ਦੇ ਉੱਤੇ ਐਕਸ਼ਨ ਵੀ ਬਣਦਾ ਹੈ। ਪਰ ਜੇ ਵਿਜੀਲੈਂਸ ਨੇ ਸਹੀ ਕੀਤਾ ਹੈ ਤੇ ਕੀ ਅਸੀਂ ਇਸ ਚੀਜ਼ ਨੂੰ ਕੁਐਸਚਨ ਨਹੀਂ ਕਰ ਰਹੇ ਕਿ ਤੁਸੀਂ ਕਿਸੇ ਕਰਪਟ ਆਫੀਸਰ ਦੇ ਖਿਲਾਫ ਕਾਰਵਾਈ ਕਿਵੇਂ ਜਾਂ ਤੁਸੀਂ ਦੀ ਹਮਾਇਤ ਕਰ ਰਹੇ ਹੋ? ਇਹ ਜਿਹੜਾ ਐਸਮਾ ਅੱਜ ਪੰਜਾਬ 'ਚ ਲਾਗੂ ਕਰ ਦਿੱਤਾ ਗਿਆ, ਬੇਸਿਕਲੀ ਇਹਨੂੰ ਆਪਾਂ ਡਿਸਕ੍ਰਾਈਬ ਕੀ ਕਰੀਏ, ਡੈਫੀਨੇਸ਼ਨ ਕਿ ਕੀ ਹੈ ਐਸਮਾ? ਐਕਚੁਅਲੀ ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਜਿਹੜਾ ਨਾਂ ਤੋਂ ਹੀ ਸੁਜੈਸਟ ਕਰਦਾ, ਇਹਦੇ 'ਚ ਕੀ ਹੁੰਦਾ ਹੈ, ਕੁਝ ਐਸੈਂਸ਼ੀਅਲ ਸਰਵਿਸਿਜ਼ ਜਿਹੜੇ ਆਫਿਸਰਸ ਜਾਂ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹੁੰਦੀਆਂ, ਉਹਨਾਂ ਨੂੰ ਹੜਤਾਲ ਨਾ ਕਰਨ ਦਾ ਇੱਕ ਉਹਨਾਂ ਤੇ ਰੋਕ ਲਾਈ ਜਾਂਦੀ ਹੈ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਇਹ ਕੋਈ ਨਵੀਂ ਚੀਜ਼ ਨਹੀਂ ਹੈ, ਸਰਵਿਸਿਜ਼ ਤਾਂ ਐਪਲੀਕੇਬਲ ਕਰਦੇ ਆ। ਫੋਰ ਐਗਜ਼ਾਮਪਲ ਜੇ ਤੁਸੀਂ ਕਨਸਟੀਟਿਊਸ਼ਨਲੀ ਦੇਖੋ ਜੀ, ਤੁਸੀਂ ਦੇਖੋਗੇ ਆਰਮਡ ਫੋਰਸਿਸ ਸਟ੍ਰਾਈਕ ਤੇ ਨਹੀਂ ਜਾ ਸਕਦੀਆਂ। ਤੁਸੀਂ ਕਦੇ ਵੀ ਆਰਮੀ ਦੇ ਵਿੱਚ ਨਹੀਂ ਸੁਣਿਆ ਹੋਣਾ ਜੀ ਸਟ੍ਰਾਈਕ ਤੇ ਚਲੇ ਗਏ, ਫੌਜੀ ਸਟ੍ਰਾਈਕ ਤੇ ਚਲੇ ਗਏ। ਬਿਲਕੁਲ, ਆਫਟਰ ਆਲ ਉਹ ਤਾਂ ਬਾਰਡਰਸ ਡਿਫੈਂਡ ਕਰ ਰਹੇ ਆ ਸਾਡੇ। ਸੋ ਜੇ ਉਹੀ ਸਟ੍ਰਾਈਕ ਤੇ ਚਲੇ ਗਏ ਤੇ ਕੀ ਕਰਾਂਗੇ? ਉਸੇ ਤਰ੍ਹਾਂ ਪੁਲਿਸ ਦੇ ਵਿੱਚ ਹੁੰਦਾ, ਤੁਸੀਂ ਪੁਲਿਸ ਨੂੰ ਕਦੇ ਸਟ੍ਰਾਈਕ ਤੇ ਗਏ ਨਹੀਂ ਦੇਖੋਗੇ। ਬਿਲਕੁਲ ਠੀਕ ਹੈ। ਸੋ ਉਸੇ ਤਰ੍ਹਾਂ ਐਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਪਬਲਿਕ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ, ਉਹਦੇ ਵਿੱਚ ਕਈ ਵਾਰੀ ਇਹ ਕੰਡੀਸ਼ਨਸ ਰੱਖੀਆਂ ਜਾਂਦੀਆਂ ਕਿ ਕਈ ਸਰਵਿਸਿਜ਼ ਪਬਲਿਕ ਇੰਟਰਸਟ ਨੂੰ ਜਾਂ ਸਿਕਿਉਰਿਟੀ ਆਫ ਸਟੇਟ ਨੂੰ ਜਾਂ ਇੰਟਰਨਲ ਸਿਕਿਉਰਿਟੀ ਜਾਂ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਮਾਈਂਡ ਦੇ ਵਿੱਚ ਰੱਖਦਿਆਂ ਹੋਇਆਂ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਪਾਬੰਦੀ ਲਾਈ ਜਾਂਦੀ ਹੈ। ਇਹ ਉਹ ਚੀਜ਼ ਹੈ ਜੀ। ਸੋ ਇਹ ਹੁਣ ਕੰਟੀਨਿਊ ਫॉर ਦਾ 60 ਡੇਜ਼, ਆਉਣ ਵਾਲੇ 60 ਦਿਨ ਜਿਹੜਾ ਪੰਜਾਬ ਦੇ ਵਿੱਚ ਚੱਲੇਗਾ। ਤੇ ਕੀ ਉਹਨਾਂ ਨੇ ਚੈਲੰਜ ਕਰਤਾ, ਪਟਵਾਰੀ ਨੇ ਕਿ ਅਸੀਂ ਡਿਊਟੀ ਨਹੀਂ ਜੁਆਇਨ ਕਰਾਂਗੇ, ਵੀ ਆਰ ਔਨ ਦਾ ਪੈਂਡਰਮ ਸਟ੍ਰਾਈਕ, ਤੇ ਹੁਣ ਉਹਨਾਂ ਤੇ ਕੀ ਐਕਸ਼ਨ ਹੋ ਸਕਦਾ? ਕੀ ਉਹਨਾਂ ਨੂੰ ਆਉਣਾ ਪਏਗਾ ਡਿਊਟੀ ਤੇ? ਦੇਖੋ ਇੱਕ ਬੜੀ ਸਿੰਪਲ ਜੀ ਪਹਿਲਾਂ ਗੱਲ ਹੈ ਜੀ, ਆਮ ਪਬਲਿਕ ਇੱਕ ਕਰਪਸ਼ਨ ਦੇ ਖਿਲਾਫ
ਆਵਾਜ਼ ਚੁੱਕਦੀ ਹੈ ਹਮੇਸ਼ਾ ਕਿ ਜੀ ਸਾਡੇ ਨਾਲ ਸਾਨੂੰ ਬੜੀ ਦਿੱਕਤ ਆ ਰਹੀ ਹੈ, ਪੈਸੇ ਖਾਦੇ ਜਾ ਰਹੇ ਹੈ ਤੇ ਸਾਰਾ। ਹੁਣ ਜਿਵੇਂ ਤੁਸੀਂ ਦੱਸਿਆ ਹੈ ਕਿ ਇੱਕ ਉਹਨਾਂ ਦੇ ਹੀ ਆਫੀਸਰ ਨੂੰ, ਪਟਵਾਰੀ ਨੂੰ ਪੈਸੇ ਲੈਂਦੇ ਰੰਗੇ ਹੱਥੀਂ ਫੜ ਲਿਆ, ਇਹਦਾ ਮਤਲਬ ਕਰਪਸ਼ਨ ਟੋਲਰੇਟ ਕੀਤੀ ਜਾਵੇ? ਜੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਦੇ ਕਿਸੇ ਕਲੀਗ ਨੂੰ, ਕਿਸੇ ਪਟਵਾਰੀ ਨੂੰ ਗਲਤ ਫੜਿਆ ਗਿਆ ਹੈ ਜੀ, ਤੇ ਲੀਗਲ ਰੈਮੇਡੀ ਉਹਨਾਂ ਕੋਲ ਇਹ ਹੈ ਐਜ਼ ਐਨ ਐਸੋਸੀਏਸ਼ਨ ਉਹ ਚੈਲੰਜ ਕਰਨ ਕਿ ਆ ਪਰਚਾ ਝੂਠਾ ਹੈ, ਕਿਸ ਤਰ੍ਹਾਂ ਉਸ ਚੀਜ਼ਾਂ ਧੱਕਾ ਕੀਤਾ ਗਿਆ ਹੈ, ਔਰ ਜਿਹੜੇ ਵਿਜੀਲੈਂਸ ਦੇ ਆਫੀਸਰਸ ਨੇ ਧੱਕਾ ਕੀਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਮੰਗਣ ਔਨ ਫੈਕਟਸ, ਮਤਲਬ ਔਨ ਫੈਕਟਸ, ਔਨ ਲਾਅ ਪੁਆਇੰਟ। ਬਿਕੋਜ਼ ਵੇਖੋ, ਇੱਕ ਵਿਜੀਲੈਂਸ ਦਾ ਮਹਿਕਮਾ, ਵਿਜੀਲੈਂਸ ਨਹੀਂ ਫੜਿਆ ਤਾਂ ਵਿਜੀਲੈਂਸ ਕੀ ਹੈ? ਪੰਜਾਬ ਗਵਰਨਮੈਂਟ ਦਾ ਇੱਕ ਡਿਪਾਰਟਮੈਂਟ। ਬਿਲਕੁਲ ਠੀਕ। ਪੈਸੇ ਲੈਣ ਵਾਲਾ ਪਟਵਾਰੀ ਵੀ ਪੰਜਾਬ ਗਵਰਨਮੈਂਟ ਦਾ ਹਿੱਸਾ ਹੈ। ਔਨ ਕੰਪਲੇਂਟ ਫੜਿਆ, ਔਨ ਕੰਪਲੇਂਟ। ਸੋ ਮੰਨ ਲਓ ਕੰਪਲੇਂਟ ਨਹੀਂ ਵੀ ਹੈ, ਕੋਈ ਸੀਕ੍ਰੀਟ ਇਨਫੋਰਮੇਸ਼ਨ ਹੀ ਆ ਗਈ, ਮੈਂ ਕਹਿਣਾ ਬਿਲਕੁਲ ਹਾਈਪੋਥੈਟੀਕਲ ਚੀਜ਼ ਹੈ। ਬਿਲਕੁਲ ਠੀਕ ਹੈ। ਸੋ ਜਦੋਂ ਦੋ ਪਾਸੇ ਡਿਪਾਰਟਮੈਂਟਲ ਚੀਜ਼ਾਂ ਦੀ ਇੱਕ ਟਸਲ ਸ਼ੁਰੂ ਹੋ ਜੇ ਜੀ, ਇੱਕ ਪਰਚਾ, ਇੱਕ ਜਾਣੇ ਤੇ ਐਲੀਗੇਸ਼ਨ ਹੈ ਕਿ ਉਹਨੇ ਕਰਪਸ਼ਨ ਕੀਤੀ ਹੈ, ਔਰ ਦੂਜਾ ਜਿਹੜਾ ਲਾ ਰਿਹਾ ਐਲੀਗੇਸ਼ਨ। ਸੋ ਜੇ ਪਟਵਾਰੀ ਦੇ ਨਾਲ ਦੇ ਸਾਰੇ ਕਹਿ ਰਹੇ ਆ ਕਿ ਪਟਵਾਰੀ ਨੇ ਰਿਸ਼ਵਤ ਲਈ ਹੈ ਕਿ ਨਹੀਂ ਲਈ, ਆ ਇਸ਼ੂ ਹੈ। ਇੱਥੇ ਇਸ਼ੂ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਟ੍ਰਾਈਕ ਕਰਾਂਗੇ ਕਿਉਂਕਿ ਕੋਈ ਪਟਵਾਰੀ ਫੜਿਆ ਹੈ। ਪੁਆਇੰਟ ਇਜ਼ ਕਿ ਉਹਨੇ ਰਿਸ਼ਵਤ ਲਈ ਹੈ। ਜੇ ਤੁਹਾਨੂੰ ਲੱਗਦਾ ਹੈ ਉਹਨੇ ਰਿਸ਼ਵਤ ਨਹੀਂ ਲਈ ਔਰ ਉਹਨੂੰ ਝੂਠਾ ਫਸਾਇਆ ਗਿਆ ਹੈ ਤੇ ਤਾਂ ਵੀ ਇੱਕ ਬਹੁਤ ਸੰਗੀਨ ਮਾਮਲਾ ਹੈ। ਮੈਂ ਜੋ ਐਜ਼ ਅ ਲਾਇਰ ਅੰਡਰਸਟੈਂਡ ਕਰਦਾ, ਬਿਕਾਜ਼ ਇਹਦਾ ਮਤਲਬ ਹੈ ਵਿਜੀਲੈਂਸ ਬਿਊਰੋ ਝੂਠੇ ਪਰਚੇ ਦੇ ਰਹੀ ਹੈ, ਫਿਰ ਵਿਜੀਲੈਂਸ ਬਿਊਰੋ ਨੂੰ ਕੁਐਸਚਨ ਕਰੋ। ਬਿਲਕੁਲ ਠੀਕ ਹੈ। ਸੋ ਇਸ ਕਰਕੇ ਇੱਕ ਰਿਟ ਪਾ ਕੇ ਐਸਮਾ ਨੂੰ ਕੁਐਸਚਨ ਕਰਨਾ ਇਜ਼ ਨੋ ਵੇ ਜੀ। ਜੇ ਤੁਹਾਨੂੰ ਕਰਨਾ ਹੈ ਕੁਐਸਚਨ ਤੇ ਵਿਜੀਲੈਂਸ ਦੇ ਐਕਸ਼ਨ ਦੀਆਂ ਉਹਦੇ ਚ ਖਾਮੀਆਂ ਕੱਢੋ ਔਰ ਇੱਕ ਸਟੈਂਡ ਲਓ ਕਿ ਸਾਡਾ ਜਿਹੜਾ ਤੁਸੀਂ ਇੱਕ ਕਲੀਗ ਅਰੈਸਟ ਕੀਤਾ ਹੈ ਉਹ ਕਿਉਂ ਗਲਤ ਹੈ। ਡਿਪਾਰਟਮੈਂਟ ਦੀ ਪਰਫਾਰਮੈਂਸ ਚੈਲੰਜ ਕੀਤੀ ਜਾ ਸਕਦੀ ਹੈ, ਡਿਪਾਰਟਮੈਂਟਲ ਐਕਸ਼ਨ ਪੂਰਾ ਕਿ ਪਰਚਾ ਗਲਤ ਹੈ, ਝੂਠਾ ਪਰਚਾ ਹੈ, ਕਿਸ ਤਰ੍ਹਾਂ ਐਵੀਡੈਂਸ ਫੈਬਰੀਕੇਟ ਕੀਤੀ। ਵੇਖੋ, ਜੇ ਕਿਸੇ ਨੂੰ ਰੰਗੇ ਹੱਥੀਂ ਤੁਸੀਂ ਫੜਦੇ ਹੋ, ਬਿਲਕੁਲ ਠੀਕ ਹੈ, ਤੇ ਉਹਦੇ ਵਿੱਚ ਤੁਸੀਂ ਮਨੀ ਜਿਹੜਾ ਹੈਗਾ ਉਸ ਤੋਂ ਪਹਿਲਾਂ ਕੋਈ ਰਿਕਾਰਡਰ ਫਿੱਟ ਕਰਕੇ ਭੇਜਿਆ ਹੋਣਾ ਹੈ, ਕੋਈ ਰਿਕਾਰਡਿੰਗ ਹੋਣੀ ਹੈ, ਉਸ ਤੋਂ ਬਾਅਦ ਕੋਈ ਕਰੰਸੀ ਹੋਣੀ ਹੈ, ਉਸ ਤੋਂ ਬਾਅਦ ਉਹ ਤੁਸੀਂ ਹੱਥ ਧੁਆ ਕੇ ਉਹ ਪਾਣੀ ਦਾ ਕਲਰ ਦੇਖਿਆ ਹੋਣਾ ਹੈ, ਚੇਂਜ ਹੋ ਰਿਹਾ ਕਿ ਨਹੀਂ, 10 ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਹੋਣੀਆਂ। ਵਿਜੀਲੈਂਸ ਹੈਵ ਨੰਬਰ ਆਫ ਪ੍ਰੂਫਸ। ਹਾਂ ਬਿਲਕੁਲ, ਉਹ ਸਾਰਾ ਕੁਝ ਕੁਐਸਚਨ ਕਰੋ। ਬਿਲਕੁਲ ਠੀਕ ਹੈ। ਜੇ ਤੁਸੀਂ ਇਹ ਕਹਿਣਾ ਚਾਹੋ ਕਿ ਜੇ ਅਸੀਂ ਸਟ੍ਰਾਈਕ ਤੇ ਜਾਵਾਂਗੇ ਕਿਉਂਕਿ ਕਿਸੇ ਦੀ ਕਰਪਸ਼ਨ ਐਕਸਪੋਜ਼ ਹੋ ਗਈ, ਉਹ ਤਾਂ ਮੇਰੇ ਖਿਆਲ ਨਾਲ ਟੋਟਲੀ ਇਲੀਗਲ ਐਕਟ ਹੈ। ਸੋ ਵਿਰਕ ਸਾਹਿਬ, ਆਪਾਂ ਇਸ ਚੀਜ਼ ਨੂੰ ਦੇਖੀਏ ਕਿ ਹੁਣ ਪਟਵਾਰੀ ਆਪਾਂ ਕਹੀਏ ਆਪਣੀ ਯੂਨੀਅਨ ਦਾ, ਆਪਣੀ ਮੈਨ ਪਾਵਰ ਦਾ, ਆਪਣੀ ਸਟਰੈਂਥ ਦਾ ਇੱਕ ਪ੍ਰੈਸ਼ਰ ਬਣਾ ਰਹੇ ਨੇ, ਅਕਸਰ ਜੋ ਲੰਬੇ ਸਮੇਂ ਤੋਂ ਹੁੰਦਾ ਆਇਆ ਸੀਗਾ। ਲਾਅ ਇਸ ਚੀਜ਼ ਨੂੰ ਕਿੱਦਾਂ ਦੇਖਦਾ? ਲਾਅ ਦੇ ਵਿੱਚ ਕਿਤੇ ਵੀ ਕਰਪਸ਼ਨ ਨੂੰ ਜਸਟੀਫਾਈ ਕਰਨ ਲਈ ਐਕਸ਼ਨ ਕਦੇ ਵੀ ਸਸਟੇਨ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਇੱਕ ਸਿੰਪਲ ਜੀ ਗੱਲ ਕਰੀਏ, ਮੈਂ ਜਿਹੜਾ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਮੁੱਦਾ ਰੱਖ ਰਿਹਾ ਇਜ਼ ਨਾਟ ਦ ਸਟ੍ਰਾਈਕ। ਮੁੱਦਾ ਇਹ ਹੈ ਕਿ ਉਹਨਾਂ ਨੂੰ ਇੱਕ ਕਹਿਣਾ ਚਾਹੀਦਾ ਔਰ ਲੀਗਲੀ ਗੱਲ ਕਹਿਣੀ ਚਾਹੀਦੀ ਹੈ ਕਿ ਜੀ ਜੇ ਪਰਚਾ ਝੂਠਾ ਕੀਤਾ ਹੈ ਤੇ ਬਿਲਕੁਲ ਉਹਨਾਂ ਦਾ ਸਟੈਂਡ ਜਾਇਜ਼ ਹੈ, ਕੋਰਟ ਦੇ ਵਿੱਚ ਆਉਣ। ਪਰ ਉਹ ਸਟੈਂਡ ਇਹ ਲੈਣ ਕੇ ਜੀ ਐਸਮਾ ਲਾਉਣਾ ਗਲਤ ਹੈ, ਉਹ ਤਾਂ ਮੇਰੇ ਖਿਆਲ ਨਾਲ ਕੋਈ ਸਟੈਂਡ ਨਹੀਂ ਬਣੂਗਾ। ਅੱਛਾ, ਤੁਸੀਂ ਫਾਰਮਰ ਆਈਪੀਐਸ ਵੀ ਹੈਗੇ ਹੋ। ਇੱਕ ਸਾਡੇ ਇੱਥੇ ਟ੍ਰੈਂਡ ਜਿਹਾ ਹੈਗਾ ਵੀ ਹਰ ਕੋਈ ਐਕਟ ਜੇ ਏਦਾਂ ਲਾਗੂ ਕਰਾਉਣ ਦਾ ਪੁਲਿਸ ਦੀ ਹੀ ਮਦਦ ਲਈ ਜਾਂਦੀ ਹੈ। ਇਸ 'ਚ ਪੁਲਿਸ ਨੂੰ ਸਰਕਾਰ, ਹੋਮ ਡਿਪਾਰਟਮੈਂਟ ਆਰਡਰ ਕਰ ਸਕਦਾ ਹੈ ਮੁਲਾਜ਼ਮ ਡਿਊਟੀ ਤੇ ਨਹੀਂ ਆ ਰਹੇ ਉਹਨੂੰ ਲੈ ਕੇ ਆਓ ਡਿਊਟੀ ਤੇ? ਕੁਛ ਏਦਾਂ ਦੀ ਪ੍ਰੋਵੀਜ਼ਨ ਇਹੋ ਜਿਹੀ ਚੀਜ਼ ਨਹੀਂ ਹੋ ਸਕਦੀ, ਕਿਸੇ ਨੂੰ ਚੁੱਕ ਕੇ ਡਿਊਟੀ ਤੇ ਨਹੀਂ ਲਿਆਂਦਾ ਜਾ ਸਕਦਾ। ਵੀ ਐਕਟ ਲੱਗਾ ਹੈ, ਤੂੰ ਘਰੇ ਕਿੱਦਾਂ ਬੈਠਾ, ਏਦਾਂ ਦੀ ਕੋਈ ਗੱਲ? ਉਹਦੇ ਵਿੱਚ ਤਾਂ ਐਕਸ਼ਨ ਹੋ ਸਕਦਾ ਹੈ ਕਿ ਜੇ ਇਨਸਾਨ ਕੋਈ ਨਹੀਂ ਆਇਆ, ਅਟੈਂਡੈਂਸ ਨਹੀਂ ਲੱਗੀ, ਔਰ ਅੱਜ ਕੱਲ ਤਾਂ ਬਾਇਓਮੈਟ੍ਰਿਕਸ ਹੈਗੇ ਹੈ, ਸੋ ਉਸ ਚੀਜ਼ ਤੇ ਜੇ ਉਹ ਨਹੀਂ ਆਏ ਸੋ ਉਹਦੇ ਉੱਤੇ ਉਹਨਾਂ ਤੇ ਐਕਸ਼ਨ ਹੋ ਸਕਦਾ ਹੈ ਬਕਾਇਦਾ। ਕਿ ਉਹ ਨਹੀਂ ਆਏ ਸੋ ਉਹ ਸ਼ੋ ਕਾਜ਼ ਨੋਟਿਸ ਦੇ ਕੇ ਕਾਰਵਾਈ ਹੋ ਸਕਦੀ ਹੈ। ਜੋ ਵੀ ਇਹਦੇ ਵਿੱਚ ਪ੍ਰੋਵੀਜ਼ਨਸ ਜਿਸ ਤਰ੍ਹਾਂ ਉਹਨਾਂ ਨੇ ਬਣਾਈਆਂ ਜੀ, ਉਹਦੇ ਤਹਿਤ ਕਾਰਵਾਈ ਹੋ ਸਕਦੀ ਹੈ। ਅੱਛਾ, ਐਜ਼ ਅ ਸਿਟੀਜ਼ਨ ਆਫ ਪੰਜਾਬ, ਜਿਵੇਂ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਚੰਡੀਗੜ੍ਹ ਤੁਸੀਂ ਰਹਿ ਰਹੇ ਹੈਗੇ ਹੋ, ਆਪਾਂ ਪੋਲੀਟੀਕਲ ਪਿੱਛੇ ਵੀ ਜਾ ਕੇ ਦੇਖੀਏ ਤਾਂ ਸ਼ਾਇਦ ਕਦੀ ਏਦਾਂ ਪੰਜਾਬ 'ਚ ਨਹੀਂ ਸਥਿਤੀ ਬਣੀ ਹੋਣੀ ਕਿ ਕੰਮ ਲੈਣ ਲਈ ਸੀਐਮ ਨੂੰ ਦਾ ਐਕਸ਼ਨ ਲੈਣਾ ਪਿਆ ਹੋਵੇ, ਐਸਮਾ ਲਾਣਾ ਪਵੇ। ਇਸ ਚੀਜ਼ ਨੂੰ ਤੁਸੀਂ ਆਪਣੇ ਨਜ਼ਰੀਏ ਨਾਲ ਕਿੱਦਾਂ ਦੇਖਦੇ ਹੋ? ਮੈਂ ਤਾਂ ਇਹ ਦੇਖ ਰਿਹਾ ਕਿ ਮਤਲਬ ਐਸਮਾ ਲਾਉਣ ਦੀ ਸਿਚੁਏਸ਼ਨ ਤੋਂ ਇੱਕ ਜ਼ਿਆਦਾ ਵੱਡੀ ਸਿਚੁਏਸ਼ਨ ਇਹ ਹੈ ਕਿ ਪਹਿਲੀ ਵਾਰੀ ਇੱਕ ਪੂਰੀ ਦੀ ਪੂਰੀ ਯੂਨੀਅਨ ਇਹ ਕਹਿ ਰਹੀ ਹੈ ਜੀ। ਆ ਜਿਹੜਾ ਇੱਕ ਮੁੱਦਾ ਜਿਹਦੇ ਤੇ ਮੈਨੂੰ ਹੈਰਾਨੀ ਹੈ, ਬਿਕਾਜ਼ ਪਹਿਲਾਂ ਵੀ ਮੈਂ ਇੱਕ ਸਿਮਿਲਰ ਇਸ਼ੂ ਦੇ ਵਿੱਚ ਇੱਕ ਵਾਰੀ ਐਜ਼ ਐਨ ਆਈਪੀਐਸ ਆਫੀਸਰ ਆਈਪੀਐਸ ਐਸੋਸੀਏਸ਼ਨ ਦਾ ਵੇਖਿਆ ਸੀ ਜੀ, ਜਦੋਂ ਸੁਮੇਧ ਸੈਣੀ ਵਿਜੀਲੈਂਸ ਚੀਫ ਸੀਗੇ। ਬਿਲਕੁਲ ਠੀਕ ਹੈ। ਉਦੋਂ ਆਈਪੀਐਸ ਐਸੋਸੀਏਸ਼ਨ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀ, ਜਾਂ ਅਖਬਾਰਾਂ 'ਚ ਆਇਆ ਸੀ ਉਸ ਵੇਲੇ ਜੀ, ਜਿਹਨੂੰ ਮੈਂ ਉਸ ਵੇਲੇ ਵੀ ਕ੍ਰਿਟਿਸਾਈਜ਼ ਕੀਤਾ ਸੀ। ਉਹਨਾਂ ਨੇ ਕਿਹਾ ਸੀ ਜੀ ਪੰਜਾਬ ਤੋਂ ਬਾਹਰਲੇ ਆਫੀਸਰ ਤੇ ਨੂੰ ਵਿਕਟਿਮਾਈਜ਼ ਕੀਤਾ, ਸੋ ਅਸੀਂ ਚੁੱਪ ਹਾਂ, ਲੇਕਿਨ ਜੇ ਪੰਜਾਬ ਦੇ ਕਿਸੇ ਆਫੀਸਰ ਤੇ ਕੋਈ ਪਰਚਾ ਦਿੱਤਾ ਜਾਊਗਾ ਵੀ ਵਿਲ ਨਾਟ ਟੋਲਰੇਟ। ਸੋ ਮੈਂ ਉਸ ਵੇਲੇ ਵੀ ਇੱਕੋ ਹੀ ਗੱਲ ਪੁੱਛੀ ਸੀ ਕਿ ਐਜ਼ ਐਨ ਐਸੋਸੀਏਸ਼ਨ ਕੈਨ ਯੂ ਸੇ ਕਿ ਅਸੀਂ
ਆਪਦੇ ਐਸੋਸੀਏਟ ਨੂੰ ਬਚਾਵਾਂਗੇ, ਹੂੰ ਭਾਵੇਂ ਉਹ ਗਲਤ ਹੈ ਜਾਂ ਸਹੀ ਹੈ। ਬਿਲਕੁਲ ਠੀਕ ਦੂਜੇ ਕਿਸੇ ਨੂੰ ਅਸੀਂ ਕੁਐਸਚਨ ਨਹੀਂ ਕਰਾਂਗੇ, ਭਾਵੇਂ ਉਹਦੇ ਨਾਲ ਧੱਕਾ ਹੋ ਰਿਹਾ ਹੋਵੇ। ਹੁਣ ਜਿਹੜੀ ਇੱਥੇ ਇੱਕ ਐਸਮਾ ਲਾਉਣ ਦੀ ਸਿਚੁਏਸ਼ਨ ਹੈ, ਤੁਸੀਂ ਪਲੀਜ਼ ਐਸਮਾ ਤੋਂ ਪਹਿਲਾਂ ਇਹ ਦੇਖੋ ਲਾਉਣ ਦੀ ਸਿਚੁਏਸ਼ਨ ਕਿਉਂ ਆ ਰਹੀ ਹੈ। ਨੌਬਤ ਕਿਉਂ ਆਈ? ਉਹ ਨੌਬਤ ਤਾਂ ਆ ਰਹੀ ਹੈ ਹੂੰ ਬਿਕੋਜ਼ ਉਹ ਸਿਚੁਏਸ਼ਨ ਹੀ ਤਾਂ ਰਾਈਜ਼ ਹੋਈ ਕਿ ਪਟਵਾਰੀ ਸਾਰੇ ਕਹਿ ਰਹੇ ਹੈ ਕਿ ਜੀ ਕਿਉਂ ਫੜਿਆ। ਹੂੰ ਗੱਲ ਇਹ ਉਹ ਕਹਿਣ ਕਿ ਜੀ ਕਰਪਸ਼ਨ ਨਹੀਂ ਕਰ ਰਿਹਾ ਸੀ, ਝੂਠਾ ਪਰਚਾ ਹੈ, ਹੂੰ ਉਹਦੇ ਉੱਤੇ ਸੋਲਿਡ ਗਰਾਊਂਡ ਹੈ, ਵਿਜੀਲੈਂਸ ਦੇ ਉੱਤੇ ਐਕਸ਼ਨ ਵੀ ਬਣਦਾ ਹੈ। ਹੂੰ ਪਰ ਜੇ ਵਿਜੀਲੈਂਸ ਨੇ ਸਹੀ ਕੀਤਾ ਹੈ ਹੂੰ ਤੇ ਕੀ ਅਸੀਂ ਇਸ ਚੀਜ਼ ਨੂੰ ਕੁਐਸਚਨ ਨਹੀਂ ਕਰ ਰਹੇ ਕਿ ਤੁਸੀਂ ਕਿਸੇ ਕਰਪਟ ਆਫੀਸਰ ਦੇ ਖਿਲਾਫ ਕਾਰਵਾਈ ਕਿਵੇਂ ਕੀਤੀ? ਜਾਂ ਤੁਸੀਂ ਦੀ ਹਮਾਇਤ ਕਰ ਰਹੇ ਹੋ? ਬਿਲਕੁਲ। Union ਸੋ hamaਇਤ ਕਰ ਰਹੀ ਹੈ। ਸਟੈਂਡ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਉਹ ਕਲੀਅਰ ਹੋਵੇ। ਹੂੰ ਤੁਸੀਂ ਕਰਪਸ਼ਨ ਨੂੰ ਸਟ੍ਰਾਈਕ ਦੇ ਥਰੂ ਲੈਜੀਟਿਮਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਹੁਣ ਜਿਵੇਂ ਤੁਸੀਂ ਆਈਪੀਐਸ ਐਸੋਸੀਏਸ਼ਨ ਦੀ ਗੱਲ ਕੀਤੀ ਹੈ, ਠੀਕ ਇਸ ਇਨਸੀਡੈਂਟ 2 ਦਿਨ ਪਹਿਲਾਂ ਨੰਗਲ ਦੇ ਐਸਡੀਐਮ ਸੀਗੇ ਉਦੈਵੀਰ ਸਿੰਘ, ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਪੀਸੀਐਸ ਸੀਗੇ, ਕਿਉਂ ਕੀਤਾ ਗਿਆ? ਕਿ ਉਹ ਹੜ੍ਹਾਂ ਦੀ ਡਿਊਟੀ, ਫਲੱਡ ਡਿਊਟੀ ਤੇ ਐਬਸੈਂਟ ਰਹੇ। ਜੀ ਉਸ ਤੇ ਕੋਈ ਐਡਾ ਸ਼ੋਰ ਨਹੀਂ ਉੱਠਿਆ, ਪੀਸੀਐਸ ਐਸੋਸੀਏਸ਼ਨ ਚੁੱਪ ਰਹੀ। ਹਾਂ ਜੀ ਬਿਲਕੁਲ। ਮੈਂ ਹੁਣ ਉਹੀ ਚੀਜ਼ ਕਹਿਣਾ ਕਿ ਇੱਥੇ ਐਸਮਾ ਦੀ ਐਪਲੀਕੇਬਿਲਿਟੀ ਤੋਂ ਜ਼ਿਆਦਾ ਜੀ ਮੈਂ ਇਸੇ ਚੀਜ਼ ਤੇ ਫੋਕਸ ਕਰਨਾ ਚਾਹਾਂਗਾ ਹੂੰ ਕਿ ਆਫੀਸਰ ਸਹੀ ਫੜਿਆ ਕਿ ਨਹੀਂ ਫੜਿਆ। ਜੇ ਉਹ ਅਫੀਸ਼ੀਅਲ ਦੀ ਗਲਤੀ ਨਹੀਂ ਸੀ ਬਿਲਕੁਲ ਠੀਕ ਹੈ। ਫਿਰ ਸਟੈਂਡ ਲੈਣਾ ਬਣਦਾ ਹੈ। ਫਿਰ ਸਟੈਂਡ ਇਹ ਲੈਣਾ ਬਣਦਾ ਹੈ ਕਿ ਜੇ ਅਸੀਂ ਸਟ੍ਰਾਈਕ ਨਹੀਂ ਕਰਾਂਗੇ, ਅਸੀਂ ਅਸੀਂ ਆਪਦਾ ਕੰਮ ਕਰਾਂਗੇ ਤਾਂ ਕਿ ਪਬਲਿਕ ਨੂੰ ਕੋਈ ਲਾਸ ਨਾ ਹੋਵੇ, ਪਬਲਿਕ ਨੂੰ ਇਨਕਨਵੀਨੀਅੰਸ ਨਾ ਹੋਵੇ, ਬਿਲਕੁਲ ਠੀਕ। ਸਰਕਾਰ ਨੂੰ ਕੋਈ ਫਾਈਨੈਂਸ਼ੀਅਲ ਲਾਸ ਨਾ ਹੋਵੇ, ਜੋ ਇਹਨਾਂ ਨੂੰ ਫਾਈਨੈਂਸ਼ੀਅਲ ਉਹਦੇ ਵਿੱਚ ਬੈਨੀਫਿਟਸ ਜੋ ਵੀ ਡਿਊਟੀ ਆਪਦੀ ਕਰ ਰਿਹਾ ਉਹ ਕਰਨ। ਬਿਲਕੁਲ ਠੀਕ। ਔਰ ਸਟ੍ਰਾਈਕ ਦੀ ਜਗ੍ਹਾ ਅਸੀਂ ਕਲੈਕਟਿਵਲੀ ਇੱਕ ਰਿਟ ਫਾਈਲ ਕਰਾਂਗੇ, ਐਸੋਸੀਏਸ਼ਨ ਵੱਲੋਂ ਇੱਕ ਪਟੀਸ਼ਨ ਪਵੇ, ਜੀ ਐਸੋਸੀਏਸ਼ਨ ਵੱਲੋਂ ਕੰਪਲੇਂਟ ਆਵੇ ਕਿ ਪਰਚਾ ਝੂਠਾ ਕਿਉਂ ਹੈ, ਕੀ ਖਾਮੀਆਂ ਨੇ, ਕੀ ਇਹਨਾਂ ਨੂੰ ਲੱਗ ਰਿਹਾ ਧੱਕੇਸ਼ਾਹੀ ਹੋਈ ਹੈ। ਬਿਲਕੁਲ ਠੀਕ ਹੈ। ਉਹ ਸਾਰਾ ਕੁਝ ਉਹਦੀ ਤੱਕ ਮਤਲਬ ਮੈਂ ਕਿਤੇ ਵੀ ਗੱਲ ਹੀ ਨਹੀਂ ਸੁਣੀ ਕਿ ਕਿਤੇ ਇਹਨਾਂ ਨੇ ਕਿਹਾ ਹੋਵੇ ਕਿ ਪਰਚਾ ਕਿਉਂ ਝੂਠਾ ਹੈ ਜਾਂ ਕੀ ਗਲਤੀ ਹੈ। ਚੈਲੰਜ ਕੀਤਾ ਹੋਵੇ ਐਫਆਈਆਰ ਨੂੰ ਜਾਂ ਉਹ ਕਿਤੇ ਵੀ ਨਹੀਂ ਕੀਤੀ। ਦੇ ਹੈਵ ਐਵਰੀ ਰਾਈਟ ਕਿ ਸੀਐਮ ਨੂੰ ਰਿਪਰੈਜ਼ੈਂਟੇਸ਼ਨ ਦੇਣ ਕਿ ਸਾਡੇ ਐਸੋਸੀਏਟ ਨਾਲ ਆ ਧੱਕਾ ਹੋਇਆ। ਬਿਲਕੁਲ ਠੀਕ ਹੈ। ਮੇਰਾ ਨਹੀਂ ਖਿਆਲ ਉਹ ਕਿਸੇ ਨੇ ਦਿੱਤੀ ਹੈ, ਮੇਰੀ ਨੌਲੇਜ ਤਾਂ ਨਹੀਂ ਹੈ। ਹਾਲ ਤੱਕ ਫਿਰ ਸੀਐਮ ਦਾ ਐਕਸ਼ਨ ਠੀਕ ਕਹਿ ਸਕਦੇ ਹਾਂ? ਅਜੇ ਤੱਕ ਤਾਂ ਜੀ ਬਹੁਤ ਵਧੀਆ ਐਕਸ਼ਨ ਹੈ, ਬਿਕੋਜ਼ ਉਹਦਾ ਰੀਜ਼ਨ ਇਹ ਹੈ ਕਿ ਇਹ ਤਾਂ ਜੇ ਚੀਜ਼ ਨਾਜ ਰੋਕੀ ਗਈ, ਕੱਲ ਨੂੰ ਕਿਸੇ ਹੋਰ ਨੂੰ ਫੜਨਗੇ ਉਹ ਵੀ ਐਸੋਸੀਏਸ਼ਨ ਆਈ ਅੱਗੇ ਆ ਜਾਊਗੀ ਕਿ ਗਲਤ ਹੈ ਜਾਂ ਸਹੀ ਹੈ, ਅਸੀਂ ਉਹਦੇ ਤੇ ਨਹੀਂ ਜਾਣਾ, ਫੜਿਆ ਕਿਵੇਂ। ਬਿਲਕੁਲ ਠੀਕ ਹੈ। ਕਰਪਸ਼ਨ ਕੈਨੋਟ ਬੀ ਲੈਜੀਟਿਮਾਈਜ਼ਡ ਜੀ ਬਾਈ ਥ੍ਰੈਟਨਿੰਗ ਕਿ ਜੀ ਅਸੀਂ ਸਟ੍ਰਾਈਕ ਤੇ ਚਲੇ ਜਾਵਾਂਗੇ। ਜੀ ਸੋ ਐਸਮਾ ਅੱਜ ਪੰਜਾਬ ਦੇ ਵਿੱਚ ਲੱਗਿਆ ਤੇ ਹਾਲੇ ਤੱਕ ਪਟਵਾਰੀ ਯੂਨੀਅਨ ਹੀ ਹੈ ਜਿਹੜਾ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ। ਹੋਰ ਵਿਦਿਆਰਥੀ ਜਥੇਬੰਦੀਆਂ ਵੀ ਹੈਗੀਆਂ ਨੇ, ਖੁੱਲ ਕੇ ਉਹ ਇਹਦਾ ਸਮਰਥਨ ਕਰਦੀਆਂ ਨੇ, ਨਹੀਂ ਕਰਦੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਪ੍ਰਦੀਪ ਸਿੰਘ ਵਿਰਕ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ। ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਵਿਜੀਲੈਂਸ ਦਾ, ਪੰਜਾਬ ਸਰਕਾਰ ਦਾ ਐਕਸ਼ਨ ਗਲਤ ਹੈਗਾ ਤਾਂ ਤੁਸੀਂ ਉਸ ਚੀਜ਼ ਨੂੰ ਚੈਲੰਜ ਕਰੋ ਵੀ ਝੂਠਾ ਪਰਚਾ ਹੈ, ਗਲਤ ਹੈ, ਫੇਕ ਤੁਸੀਂ ਡਾਕੂਮੈਂਟ ਐਵੀਡੈਂਸ ਬਣਾਏ ਨੇ, ਪਰ ਤੁਸੀਂ ਕਹੋ ਵੀ ਐਸਮਾ ਕਿਉਂ ਲਾਤਿਆ, ਤੁਸੀਂ ਛੁੱਟੀ ਤੇ ਜਾਓਗੇ ਇਹਦੇ ਵਿਰੋਧ ਦੇ ਵਿੱਚ ਕਿ ਸਾਡਾ ਬੰਦਾ ਫੜ ਲਿਆ ਤੇ ਅਸੀਂ ਕੰਮ ਨਹੀਂ ਕਰਾਂਗੇ। ਤੇ ਜੇ ਪੰਜਾਬ ਸਰਕਾਰ ਐਸਮਾ ਲਾਵੇ ਤੁਹਾਨੂੰ ਉਸ ਤੇ ਵੀ ਜੇਕਰ ਇਤਰਾਜ਼ ਹੈਗਾ ਤਾਂ ਕਿਤੇ ਨਾ ਕਿਤੇ ਫਿਰ ਤੁਸੀਂ ਸੀਐਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਸੀਐਮ ਜੇ ਗੱਲ ਕਰ ਰਿਹਾ ਤਾਂ ਉਹ ਆਮ ਜਨਤਾ ਦੇ ਹੱਕ ਦੀ ਗੱਲ ਕਰ ਰਿਹਾ। ਵਿਰਕ ਸਾਹਿਬ ਤੁਸੀਂ ਸਾਡੇ ਨਾਲ ਚਰਚਾ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਜੀ ਹੋਰ ਨਵੀਆਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ।